ਸਿਆਣੇ ਕਹਿੰਦੇ ਆ ਕਿ ਬੇਸ਼ਰਮੀ ਜਿਹੜੀ ਹੈ ਨਾ ਆਣ ਜਾਣ ਵਾਲੀ ਸ਼ੈ ਵਾ। ਬਸ ਬੰਦੇ ਨੂੰ ਨਾ ਢੀਠ ਹੋਣਾ ਚਾਹੀਦਾ ਵਾ। ਮੁਲਕ ਦੇ ਤੀਸਰੇ ਵੱਡੇ ਸ਼ਹਿਰ ਫੈਸਲਾਬਾਦ ਦੇ ਲਾਰੀ ਅੱਡੇ ਦੀ ਹਾਲਤ ਜਿਹੜੀ ਆ ਉਹ ਇੰਤਹਾਈ ਅਬਤਰ ਕਿਉਂ ਹੋ ਗਈ ਆ, ਇਹਦੇ ਵਿੱਚ ਕਿਹੜਾ ਬੰਦਾ ਇਨਵੋਲਵ ਹੈਗਾ ਵਾ, ਇਹ ਸਾਰੀ ਅੱਜ ਖੋਲ ਕੇ ਜਿਹੜੀ ਆ ਨਾ ਬੇਸ਼ਰਮੀ ਵਾਲੀ ਗੱਲ ਤੁਹਾਡੇ ਅੱਗੇ ਰੱਖ ਦਾਂਗੇ। ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਸਾਫਰ ਆਂਦੇ ਜਾਂਦੇ ਆ। ਬਕਾਇਦਾ ਤੌਰ ਤੇ ਜਗ੍ਹਾ ਬਣਾਈ ਗਈ ਸੀ। ਜਿਹੜਾ ਮੁਸਾਫਰਾਂ ਵਾਸਤੇ ਕਮਰਾ ਮੁਖਤਸਰ ਸੀਗਾ ਉੱਥੇ ਜਨਾਬ ਬਣਾਤੀ ਪੁਲਿਸ ਚੌਕੀ। ਜਿਹੜਾ ਡਰਾਈਵਰਾਂ ਵਾਸਤੇ ਸੀਗਾ ਉੱਥੇ ਬਣਾਤੀ ਜੀ ਡਿਸਪੈਂਸਰੀ। तमाम ਸਰਕਾਰੀ ਜਿਹੜੇ ਦਫ਼ਾਤਰ ਨੇ ਇਹ ਸਰਕਾਰ ਦੇ ਹੀ ਜਿਹੜੇ ਬਣਾਏ ਹੋਏ ਕਮਰੇ ਸੀਗੇ, ਇਹਨਾਂ ਦੇ ਉੱਪਰ ਕਾਬਜ਼ ਹੋ ਗਏ। ਉਹ ਸਰਕਾਰੀ ਬਿਜਲੀ ਫੂਕਣੀ ਸ਼ੁਰੂ ਕੀਤੀ, ਉਹ ਸਰਕਾਰੀ ਵਸਾਇਲ ਜਿਹੜੇ ਆ ਫੂਕਣੇ ਸ਼ੁਰੂ ਕੀਤੇ। ਕੋਈ ਘਾਹ ਤੇ ਸੌ ਰਿਹਾ, ਕੋਈ ਜ਼ਮੀਨ ਤੇ ਸੌ ਰਿਹਾ, ਕੋਈ ਕਿਤੇ ਪਾਣੀ ਦਾ ਤਰੌਕਾ ਮਾਰ ਕੇ ਕਿਸੇ ਟਾਲੀ ਦੇ ਥੱਲੇ ਸੌ ਰਿਹਾ। ਅੰਦਰ ਕਮਰਿਆਂ ਦੇ ਵਿੱਚ ਕਿਸੇ ਨੂੰ ਤਾਲਾ ਲੱਗਾ ਹੋਇਆ, ਕੋਈ ਏਸੀ ਚਲਾ ਕੇ ਟ੍ਰੈਫਿਕ ਵਾਲਾ ਪਿਆ ਆ, ਕੋਈ ਪੁਲਿਸ ਵਾਲਾ ਪਿਆ ਆ, ਕੋਈ ਚਾਈਲਡ ਪ੍ਰੋਟੈਕਸ਼ਨ ਬਿਊਰੋ ਵਾਲਾ ਪਿਆ ਆ। 2 ਵਜੇ ਤੋਂ ਬਾਅਦ ਨਾ ਕਿਸੇ ਮੁਸਾਫਰ ਨੇ ਬਿਮਾਰ ਹੋਣਾ, ਨਾ ਕਿਸੇ ਡਰਾਈਵਰ ਨੇ ਬਿਮਾਰ ਹੋਣਾ। ਡਿਸਪੈਂਸਰੀ 2 ਵਜੇ ਬੰਦ ਹੋ ਜਾਂਦੀ ਆ। ਕੋਈ ਨਾ ਉੱਥੇ ਡਾਕਟਰ ਬਹਿੰਦਾ ਵਾ, ਨਾ ਕੋਈ ਗੱਲ ਆ, ਨਾ ਕੋਈ ਬਾਤ ਆ। ਕਦੀ ਇੱਥੇ ਜਨਾਬ ਇਹਦਾ ਜਿਹੜਾ ਇੰਚਾਰਜ ਆ ਉਹ ਏਸੀ ਸਿਟੀ ਲੱਗ ਜਾਂਦਾ, ਕਦੀ ਇਹਦਾ ਇੰਚਾਰਜ ਆਰਟੀ ਸੈਕਟਰੀ ਲੱਗ ਜਾਂਦਾ। ਜੋ ਖਸਮਾਂ ਦਾ ਸਿਰ ਖਾਂਦਾ ਲਾਰੀ ਅੱਡੇ ਜੋ ਹੁੰਦਾ ਹੋ ਜਾਵੇ, ਕਿਸੇ ਨੂੰ ਕੋਈ ਪਰਵਾਹ ਹੀ ਨਹੀਂ। ਇਹਦਾ ਵਾਲੀ ਵਾਰਿਸ ਹੀ ਕੋਈ ਨਹੀਂ ਹੈਗਾ ਸਿਰੇ ਤੋਂ। अस्सलाम वालेकुम। ਅੱਛਾ ਨਾਜ਼ਰੀਨ, ਸਿਆਣੇ ਕਹਿੰਦੇ ਆ ਕਿ ਬੇਸ਼ਰਮੀ ਜਿਹੜੀ ਹੈ ਨਾ ਆਣ ਜਾਣ ਵਾਲੀ ਸ਼ੈ ਵਾ। ਬਸ ਬੰਦੇ ਨੂੰ ਨਾ ਢੀਠ ਹੋਣਾ ਚਾਹੀਦਾ ਵਾ। ਮੈਂ ਨਾ ਅੱਜ ਕੱਲ੍ਹ ਅਵਾਮੀ ਮਸਾਇਲ ਜਿਹੜੇ ਆ ਨਾ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਡੀ ਆਵਾਮ ਨੂੰ ਕਿਹੜੇ ਮਸਲੇ ਆ, ਕਿਹੜੇ ਮਸਾਇਲ ਆ ਰਹੇ ਆ, ਤੇ ਸਾਡੀ ਇੰਤਜ਼ਾਮੀਆ ਜਿਹੜੀ ਆ ਉਹ ਕੀ ਕਰ ਰਹੀ ਹੈ। ਜਿਹੜੀ ਮੈਂ ਸ਼ੁਰੂ 'ਚ ਮਿਸਾਲ ਦਿੱਤੀ ਹੈ ਨਾ, ਇਹਨੂੰ ਤੁਸੀਂ ਆਪ ਹੀ ਫਿੱਟ ਕਰ ਲੈਣਾ ਜਿੱਥੇ ਫਿੱਟ ਹੁੰਦੀ ਆ। ਮੈਂ ਬਹੁਤਾ ਨਾ ਇਹਦੀ ਗਹਿਰਾਈ 'ਚ ਨਹੀਂ ਜਾਣਾ ਹੈਗਾ, ਇਹਦੇ ਅੰਦਰ ਨਹੀਂ ਵੜ ਕੇ ਦੱਸਣਾ ਤੁਹਾਨੂੰ, ਫਿੱਟ ਤੁਸੀਂ ਆਪ ਕਰਨੀ ਆ। ਗੱਲ ਕਰਾਂਗੇ ਜੀ ਮੁਲਕ ਦੇ ਤੀਸਰੇ ਵੱਡੇ ਸ਼ਹਿਰ ਫੈਸਲਾਬਾਦ ਦੇ ਲਾਰੀ ਅੱਡੇ ਦੀ। ਲਾਰੀ ਅੱਡੇ ਦੀ ਹਾਲਤ ਜਿਹੜੀ ਆ ਉਹ ਇੰਤਹਾਈ ਅਬਤਰ ਕਿਉਂ ਹੋ ਗਈ ਆ, ਇਹਦੇ ਵਿੱਚ ਕਿਹੜਾ ਬੰਦਾ ਇਨਵੋਲਵ ਹੈਗਾ ਵਾ, ਇਹ ਸਾਰੀ ਅੱਜ ਖੋਲ ਕੇ ਜਿਹੜੀ ਹੈ ਨਾ ਬੇਸ਼ਰਮੀ ਵਾਲੀ ਗੱਲ ਤੁਹਾਡੇ ਅੱਗੇ ਰੱਖ ਦਾਂਗੇ। ਅੱਗੇ ਫੈਸਲਾ ਤੁਸੀਂ ਆਪ ਕਰ ਲੈਣਾ ਵਾ ਕਿ ਸਾਡੇ ਲਾਰੀ ਅੱਡੇ ਦੀ ਕਿਸਮਤ ਕਿਉਂ ਨਹੀਂ ਬਦਲਦੀ ਪਈ। ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਸਾਫਰ ਆਂਦੇ ਜਾਂਦੇ ਆ। ਉਹਨਾਂ ਮੁਸਾਫਰਾਂ ਵਾਸਤੇ ਬਕਾਇਦਾ ਤੌਰ ਤੇ ਜਗ੍ਹਾ ਬਣਾਈ ਗਈ ਸੀ ਕਿ ਮੁਸਾਫਰ ਅਗਰ ਦੂਰੋਂ ਆਂਦੇ ਆ, ਥੱਕੇ ਟੁੱਟੇ ਆਂਦੇ ਆ, ਉਹਨਾਂ ਨੂੰ ਉੱਥੇ ਰੈਸਟ ਵਾਸਤੇ ਜਗ੍ਹਾ ਦਿੱਤੀ ਜਾਵੇ। ਨਾ ਸਿਰਫ ਮੁਸਾਫਰਾਂ ਨੂੰ ਬਲਕਿ ਡਰਾਈਵਰ ਤੇ ਕਲੀਨਰ ਜਿਹੜੇ ਆ, ਜਿਹੜੇ 2-2 ਰਾਤਾਂ ਜਾਗ ਕੇ ਇੰਨੀ ਦੂਰੋਂ ਸਫ਼ਰ ਕਰਕੇ ਬੱਸ ਨੂੰ ਚਲਾ ਕੇ ਲਿਆਂਦੇ ਆ, ਉਹਨਾਂ ਵਾਸਤੇ ਵੀ ਕਮਰੇ ਮੁਖਤਸ ਕੀਤੇ ਗਏ ਸੀਗੇ ਕਿ ਉੱਥੇ ਆ ਕੇ ਉਹ ਸੌਂ ਸਕਣ, ਆਪਣਾ ਲੱਕ ਸਿੱਧਾ ਕਰ ਲੈਣ, ਤਾਂ ਕਿ ਜਦੋਂ ਫੇਰ ਉਹਨਾਂ ਨੇ ਜਾਣਾ ਵਾ ਤਾਜ਼ਾ ਦਮ ਹੋ ਕੇ ਜਾਣ, ਕਿਤੇ ਸੁੱਤੇ ਪਏ ਬਸ ਕੰਧ ਵੱਲ ਨਾ ਚੜਾ ਦੇਣ। ਲੇਕਿਨ ਅਫਸੋਸ ਉਸ ਟਾਈਮ ਹੋਇਆ ਕਿ ਅੱਜ ਮੇਰਾ ਅਚਾਨਕ ਹੀ ਜਿਹੜਾ ਨਾ ਲਾਰੀ ਅੱਡੇ ਜਾਣ ਨੂੰ ਦਿਲ ਕੀਤਾ। ਮੈਂ ਕਿਹਾ ਵੇਖ ਕੇ ਤਾਂ ਵਾਂ ਫੈਸਲਾਬਾਦ ਦਾ ਲਾਰੀ ਅੱਡੇ ਦੀ ਹਾਲਤ ਕੀ ਆ। ਤੇ ਜਨਾਬ ਜਦੋਂ ਉੱਥੇ ਗਿਆ ਨਾ, ਤੇ ਉੱਥੇ ਜਾ ਕੇ ਜਿਹੜਾ ਮੁਸਾਫਰਾਂ ਵਾਸਤੇ ਕਮਰਾ ਮੁਖਤਸਰ ਸੀਗਾ ਉੱਥੇ ਜਨਾਬ ਬਣਾਤੀ ਪੁਲਿਸ ਚੌਕੀ। ਜਿਹੜਾ ਡਰਾਈਵਰਾਂ ਵਾਸਤੇ ਸੀਗਾ ਉੱਥੇ ਬਣਾਤੀ ਜੀ ਡਿਸਪੈਂਸਰੀ। ਜਿਹੜਾ ਸੀਗਾ ਕੰਡਕਟਰਾਂ ਵਾਸਤੇ ਉੱਥੇ ਬਣ ਗਿਆ ਜੀ ਚਾਈਲਡ ਪ੍ਰੋਟੈਕਸ਼ਨ ਬਿਊਰੋ ਦਾ ਦਫ਼ਤਰ। ਕੋਈ ਕਮਰਾ ਜਿਹੜਾ ਵਾ ਉਹ ਸਾਂਭ ਲਿਆ ਜੀ ਉਹ ਜਿਹੜੇ ਆਰਟੀ ਸੈਕਟਰੀ ਵਾਲੇ ਬੰਦੇ ਹੁੰਦੇ ਆ, ਜਿਹੜੇ ਮੋਟਰ ਐਗਜ਼ਾਮੀਨੇਸ਼ਨ ਵਾਲੇ ਆ, ਉਹਨਾਂ ਨੇ ਸਾਂਭ ਲਿਆ। ਇੱਕ ਚਾਈਲਡ ਲੇਬਰ ਵਾਲਿਆਂ ਨੇ ਸਾਂਭ ਲਿਆ। ਰਹਿੰਦੀ ਸਹਿੰਦੀ ਕਸਰ ਜਨਾਬ ਟ੍ਰੈਫਿਕ ਪੁਲਿਸ ਨੇ ਕੱਢ ਲਈ। ਉਹਨੂੰ ਇੱਕ ਨੁੱਕਰ ਨਜ਼ਰ ਆਈ, ਉਹਨੇ ਆਪਣਾ ਸਮਾਨ ਉੱਥੇ ਰੱਖਿਆ ਤੇ ਉੱਥੇ ਬਹਿ ਗਏ। तमाम ਸਰਕਾਰੀ ਜਿਹੜੇ ਦਫ਼ਾਤਰ ਨੇ ਇਹ ਸਰਕਾਰ ਦੇ ਹੀ ਜਿਹੜੇ ਬਣਾਏ ਹੋਏ ਕਮਰੇ ਸੀਗੇ, ਇਹਨਾਂ ਦੇ ਉੱਪਰ ਕਾਬਜ਼ ਹੋ ਗਏ। ਇਹਦੀ ਥੋੜੀ ਜਿਹੀ ਤੁਹਾਨੂੰ ਮੈਂ ਹਿਸਟਰੀ ਦੱਸਦੇ ਹਾਂ। ਇਹ ਜਿਹੜੇ ਕਮਰੇ, ਇਹ ਜਿਹੜੀ ਇਮਾਰਤ ਹੈ ਨਾ, ਜਨਰਲ ਅਯੂਬ ਦੇ ਦੌਰ 'ਚ ਬਣਾਈ ਗਈ ਸੀਗੀ। ਉਹ ਪੁਰਾਣੇ ਵਕਤ ਦੇ ਸਿਆਣੇ ਲੋਕ ਹੁੰਦੇ ਸੀ, ਉਹਨਾਂ ਨੂੰ ਮੁਸਾਫਰਾਂ ਦੀ ਕਦਰੋ ਕੀਮਤ ਦਾ ਪਤਾ ਹੁੰਦਾ ਸੀਗਾ, ਡਰਾਈਵਰਾਂ ਤੇ ਕਲੀਨਰਾਂ ਦੀ ਕਦਰੋ ਕੀਮਤ ਦਾ ਪਤਾ ਹੁੰਦਾ ਸੀਗਾ। ਉਹਨਾਂ ਵਾਸਤੇ ਜਨਾਬੇ ਲਈ ਜਨਰਲ ਅਯੂਬ ਨੇ ਇਹ ਸਾਰਾ ਕੁਝ ਬਣਾ ਦਿੱਤਾ। ਤੇ ਸਾਡੇ ਗੌਰਮੈਂਟ ਦੇ ਅਦਾਰਿਆਂ ਨੇ ਆਪਣੇ ਹੀ ਗੌਰਮੈਂਟ ਦੀ ਜਗ੍ਹਾ ਦੇ ਉੱਪਰ ਅੱਲਾ ਦੀ ਮਿਹਰਬਾਨੀ ਦੇ ਨਾਲ ਕਬਜ਼ਾ ਕਰਕੇ ਉਹ ਸਰਕਾਰੀ ਬਿਜਲੀ ਫੂਕਣੀ ਸ਼ੁਰੂ ਕੀਤੀ, ਉਹ ਸਰਕਾਰੀ ਵਸਾਇਲ ਜਿਹੜੇ ਆ ਫੂਕਣੇ ਸ਼ੁਰੂ ਕੀਤੇ ਕਿ ਜਿਹਨੂੰ ਕਹਿੰਦੇ ਆ ਨਾ ਰਹਿ ਰੱਬ ਦਾ ਨਾਂ। ਹੁਣ ਜਨਾਬ ਜਿਹੜੇ ਮੁਸਾਫਰ ਆ ਨਾ, ਉਹ ਤੁਸੀਂ ਵੀਡੀਓ ਦੇ ਵਿੱਚ ਵੇਖੋ, ਉਹ ਜ਼ਮੀਨ ਦੇ ਉੱਤੇ ਲੇਟ ਕੇ, ਜਿਹੜੇ ਕੰਡਕਟਰ ਡਰਾਈਵਰ ਨੇ ਉਹ ਜ਼ਮੀਨ ਦੇ ਉੱਤੇ ਲੇਟ ਕੇ ਆਰਾਮ ਕਰ ਰਹੇ ਨੇ। ਕੋਈ ਘਾਹ ਤੇ ਪਿਆ, ਕੋਈ ਕਿੱਥੇ ਪਿਆ। ਤੁਸੀਂ ਗਰਮੀ ਦੀ ਹਾਲਤ ਚੈੱਕ ਕਰੋ ਕਿ ਕਿੰਨੀ ਗਰਮੀ ਪੈਣ ਦੀ ਆ। ਉਹ ਬਾਹਰ ਹੀ ਵਿਚਾਰੇ ਲੰਮੇ ਪਏ, ਕੀ ਕਰਨ, ਕਿੱਧਰ ਨੂੰ ਜਾਣ, ਤੁਸੀਂ ਮੈਨੂੰ ਦੱਸ ਦਿਓ। ਬੱਸਾਂ ਜਿੱਥੇ ਖਲੋਤੀਆਂ ਉੱਥੇ ਤਾਂ ਅੱਗ ਬਲਦੀ ਪਈ ਆ। ਬੱਸ ਦੇ ਵਿੱਚ ਬਹਿੰਦੇ ਆ ਥੋੜ੍ਹੀ ਦੇਰ ਤੇ ਬਾਹਰੋਂ ਇੱਕ ਬੰਦਾ ਆਉਂਦਾ, ਚਲੋ ਵੀ ਥੱਲੇ ਲੱਤੋ, ਤੁਸੀਂ ਇੱਥੇ ਹੀ ਕਰਦੇ ਆ। ਲਿਹਾਜ਼ਾ ਵਿਚਾਰੇ ਕੋਈ ਘਾਹ ਤੇ ਸੌਂ ਰਿਹਾ, ਕੋਈ ਜ਼ਮੀਨ ਤੇ ਸੌਂ ਰਿਹਾ, ਕੋਈ ਕਿਤੇ ਪਾਣੀ ਦਾ ਤਰੌਕਾ ਮਾਰ ਕੇ ਕਿਸੇ ਟਾਲੀ ਦੇ ਥੱਲੇ ਸੌਂ ਰਿਹਾ। ਬੰਦੇ ਉੱਥੇ ਸੁੱਤੇ ਪਏ ਆ ਤੇ ਅੰਦਰ ਕਮਰਿਆਂ ਦੇ ਵਿੱਚ ਕਿਸੇ ਨੂੰ ਤਾਲਾ ਲੱਗਾ ਹੋਇਆ, ਕੋਈ ਏਸੀ ਚਲਾ ਕੇ ਟ੍ਰੈਫਿਕ ਵਾਲਾ ਪਿਆ ਆ, ਕੋਈ ਪੁਲਿਸ ਵਾਲਾ ਪਿਆ ਆ, ਕੋਈ ਚਾਈਲਡ ਪ੍ਰੋਟੈਕਸ਼ਨ ਬਿਊਰੋ ਵਾਲਾ ਪਿਆ ਆ। ਤੇ ਹੁਣ ਤੁਹਾਨੂੰ ਅੰਦਰ ਦੀ ਇੱਕ ਹੋਰ ਗੱਲ ਦੱਸਣ ਲੱਗਾ ਵਾਂ।
ਉੱਥੇ ਬਣ ਗਈ ਜੀ ਇੱਕ ਡਿਸਪੈਂਸਰੀ ਦਾ ਮਕਸਦ ਇਹ ਕੀਤਾ ਗਿਆ ਕਿ ਕੋਈ ਮੁਸਾਫਰ ਵਿਚਾਰਾ ਆਂਦਾ ਵਾ, ਉਹਨੂੰ ਕੋਈ ਗਰਮੀ ਦੇ ਨਾਲ ਮਸਲਾ ਮਸਾਇਲ, ਠੰਡ ਦੇ ਨਾਲ ਮਸਲਾ ਮਸਾਇਲ ਹੁੰਦਾ ਵਾ, ਉਹਦਾ ਫੌਰੀ ਤੌਰ ਤੇ ਇਲਾਜ ਹੋ ਜਾਏਗਾ। ਕੋਈ ਕੰਡਕਟਰ ਆ, ਉਹਨੂੰ ਕੋਈ ਮਸਲਾ ਬਣਦਾ ਤਾਂ ਉਹਦਾ ਇਲਾਜ ਹੋ ਜਾਏਗਾ। ਕੋਈ ਡਰਾਈਵਰ ਆ, ਉਹਦਾ ਇਲਾਜ ਹੋ ਜਾਏਗਾ। ਲੇਕਿਨ ਸਿਰਫ 2 ਵਜੇ ਤੱਕ। 2 ਵਜੇ ਤੋਂ ਬਾਅਦ ਨਾ ਕਿਸੇ ਮੁਸਾਫਰ ਨੇ ਬਿਮਾਰ ਹੋਣਾ, ਨਾ ਕਿਸੇ ਡਰਾਈਵਰ ਨੇ ਬਿਮਾਰ ਹੋਣਾ, ਤੇ ਨਾ ਕਿਸੇ ਕੰਡਕਟਰ ਨੇ ਬਿਮਾਰ ਹੋਣਾ। ਕਿਉਂਕਿ ਅਗਰ ਬਿਮਾਰ ਹੋਏਗਾ ਤੇ ਉੱਥੇ ਤਾਂ ਡਿਸਪੈਂਸਰੀ 2 ਵਜੇ ਬੰਦ ਹੋ ਜਾਂਦੀ ਆ। ਸਵੇਰੇ ਕੋਈ 10 ਵਜੇ ਆਉਂਦੇ ਆ ਉੱਥੇ ਜਿਹੜੇ ਕੋਈ ਮਾੜੇ ਚੰਗੇ ਜਿਹੜੇ ਕੰਪਾਊਂਡਰ ਸ਼ੰਪਾਊਂਡਰ ਹੈਗੇ ਆ, ਤੇ 2 ਵਜੇ ਤਾਲਾ ਮਾਰਦੇ ਆ, ਉਹ ਘਰ ਨੂੰ ਚਲ ਜਾਂਦੇ। ਦਵਾਈਆਂ ਉੱਥੇ ਕੋਈ ਨਹੀਂ। ਅਸੀਂ ਇਹ ਗੱਲ ਕਰ ਲਈ, ਮੰਨ ਲਈ ਤੁਹਾਡੀ ਗੱਲ ਕਿ ਤੁਸੀਂ ਜਨਾਬ ਉਹ ਜਿਹੜੀ ਹੈ ਵਾ ਡਿਸਪੈਂਸਰੀ, ਉਹ ਜਗ੍ਹਾ ਕਬਜ਼ਾ ਕਰਕੇ ਬਣਾ ਲਈ। ਲੇਕਿਨ ਖੁਦਾ ਦਾ ਨਾਮ ਫਿਰ ਇਹਨੂੰ 24 ਘੰਟੇ ਦਾ ਕਰੋ, ਜਿਹੜਾ ਇਹਦਾ ਮਕਸਦ ਆ ਉਹ ਤਾਂ ਹੱਲ ਕਰੀਏ। ਮੇਰੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਉੱਥੇ ਪੂਰਾ ਹਫਤਾ ਹੀ ਹੋ ਗਿਆ ਵਾ ਕਿ ਇੱਕ ਮਰੀਜ਼ ਵੀ ਨਹੀਂ ਗਿਆ ਜਿਹਨੂੰ ਜਾ ਕੇ ਕਿਸੇ ਡਿਸਪਰੀਨ ਦੀ ਗੋਲੀ ਵੀ ਦਿੱਤੀ ਹੋਵੇ। ਵੀ ਉੱਥੇ ਜਾਣਾ ਕਿੰਨੇ ਆ? ਕਿਸੇ ਕੋਈ ਨਾ ਉੱਥੇ ਡਾਕਟਰ ਬਹਿੰਦਾ ਵਾ, ਨਾ ਕੋਈ ਗੱਲ ਆ, ਨਾ ਕੋਈ ਬਾਤ ਆ। ਹੁਣ ਦੱਸਦੇ ਆ ਕਿ ਇਹਦੀ ਬਰਬਾਦੀ, ਜਿਹੜਾ ਲਾਰੀ ਅੱਡਾ ਵਾ, ਇਹਦੀ ਬਰਬਾਦੀ ਦੀ ਵਜ੍ਹਾ ਕੀ ਆ? ਇਹਦੀ ਬਰਬਾਦੀ ਦੀ ਵਜ੍ਹਾ ਉਹ ਮਿਸਾਲ ਤੁਸੀਂ ਸ਼ੁਰੂ ਵਾਲੀ ਦੇਖਣੀ ਆ ਕਿ ਮਿਸਾਲ ਕੀ ਆ ਜਿਹੜੀ ਮੈਂ ਦਿੱਤੀ ਸੀਗੀ। ਕਦੀ ਇੱਥੇ ਜਨਾਬ ਇਹਦਾ ਜਿਹੜਾ ਇੰਚਾਰਜ ਆ ਉਹ ਏਸੀ ਸਿਟੀ ਲੱਗ ਜਾਂਦਾ, ਕਦੀ ਇਹਦਾ ਇੰਚਾਰਜ ਆਰਟੀ ਸੈਕਟਰੀ ਲੱਗ ਜਾਂਦਾ, ਕਦੀ ਇਹਦਾ ਇੰਚਾਰਜ ਮੈਂ ਲੱਗ ਜਾਂਦਾ, ਕਦੀ ਇਹਦਾ ਇੰਚਾਰਜ ਤੁਸੀਂ ਲੱਗ ਜਾਂਦੇ ਹੋ। ਇਹਦਾ ਵਾਲੀ ਵਾਰਿਸ ਹੀ ਕੋਈ ਨਹੀਂ ਹੈਗਾ ਸਿਰੇ ਤੋਂ, ਕਿ ਇਹਦਾ ਕੋਈ ਸਿਰ ਦਾ ਸਾਈਂ ਨਹੀਂ ਹੈਗਾ। ਜਿਹਦਾ ਦਿਲ ਕਰਦਾ ਉਹ ਆਂਦਾ ਵਾ, ਉਹਦੇ ਹੱਥ 'ਚ ਸੈਂਟਾ ਫੜਿਆ, ਸੈਂਟਾ ਮਾਰਦਾ ਵਾ ਤੇ ਗਾਂਹ ਤੋਰਦਾ ਵਾ, ਤੇ ਜਨਾਬ ਆਪ ਪਿੱਛੇ ਚੱਲ ਜਾਂਦਾ ਵਾ। ਜੋ ਖਸਮਾਂ ਦਾ ਸਿਰ ਖਾਂਦਾ, ਲਾਰੀ ਅੱਡੇ ਜੋ ਹੁੰਦਾ ਹੋ ਜਾਵੇ, ਕਿਸੇ ਨੂੰ ਕੋਈ ਪਰਵਾਹ ਹੀ ਨਹੀਂ। ਅੱਛਾ, ਲਾਰੀ ਅੱਡਾ ਬਣਾਉਣ ਵਾਸਤੇ ਤਾਂ ਮਤਲਬ ਇਹਨਾਂ ਨੇ ਉੱਥੇ ਨਾ ਬੋਰਡ ਲਾਏ, ਵਿਜੀਲੈਂਸ ਟੀਮਾਂ ਬਣਾਈਆਂ, ਕਿਸੇ ਕੋਲ ਕਿਰਾਇਆ ਵੱਧ ਲੈਣ ਜਾਵੇ ਇਸ ਨੰਬਰ ਤੇ ਕਾਲ ਕਰੋ, ਉਹ ਟੀਮਾਂ ਉੱਥੇ ਫਿਰਦੀਆਂ ਆਉਣਗੀਆਂ, ਆ ਕੇ ਜਨਾਬ ਉਸ ਕੰਡਕਟਰ ਨੂੰ ਫੜ ਲੈਣਗੀਆਂ। ਕਿਸੇ ਨੂੰ ਮਸਲਾ ਮਸਾਇਲ ਹੋਵੇ ਉੱਥੇ ਜਨਾਬ ਇਸ ਨੰਬਰ ਤੇ ਕਾਲ ਕਰ ਦਿਓ। ਲੇਕਿਨ ਅਫਸੋਸ ਦੀ ਗੱਲ ਇਹ ਆ ਕਿ ਜਿੱਥੇ ਲੋਕਾਂ ਨੇ ਚਲੋ ਕਮਰਿਆਂ ਤੇ ਕਬਜ਼ਾ ਕਰ ਲਿਆ, ਖਸਮਾਂ ਦਾ ਸਿਰ ਖਾਓ, ਸਰਕਾਰੀ ਜਗ੍ਹਾ ਸੀ, ਸਰਕਾਰ ਨੇ ਕਬਜ਼ਾ ਕਰ ਲਿਆ, ਜੋ ਮਰਜ਼ੀ ਕਰ ਲਓ, ਜਿੱਦਾਂ ਦੀ ਮਰਜ਼ੀ ਬੇਸ਼ਰਮੀ ਕਰ ਲਓ, ਅਸੀਂ ਤੁਹਾਨੂੰ ਨਹੀਂ ਪੁੱਛਦੇ। ਲੇਕਿਨ ਜਨਾਬ ਜਿਹੜਾ ਘਾਹ ਵਾ, ਜਿਹੜਾ ਅੰਦਰ ਪਾਰਕ ਜਿਹਾ ਬਣਿਆ ਹੋਇਆ ਵਾ, ਜਿੱਥੇ ਸ਼ਹਿਰੀ ਜਾ ਕੇ ਮਾੜਾ ਚੰਗਾ ਕੋਈ ਅੱਖ ਲਾ ਲੈਂਦੇ ਆ, ਕੋਈ ਲੱਕ ਸਿੱਧਾ ਕਰ ਲੈਂਦੇ ਆ, ਕੋਈ ਡਰਾਈਵਰ ਮਾੜਾ ਚੰਗਾ ਆ ਕੇ ਉੱਥੇ ਲੰਮਾ ਪੈ ਜਾਂਦਾ, ਉਹ ਜਗ੍ਹਾ ਵੀ ਨਹੀਂ ਛੱਡੀ ਜਨਾਬ। ਉੱਥੇ ਜਨਾਬ ਕੋਈ ਸਿਮਾ ਵੇਚੀ ਜਾਣ ਡਿਆ, ਕੋਈ ਐਨਕਾਂ ਵੇਚੀ ਜਾਣ ਡਿਆ, ਕੋਈ ਟੋਪੀਆਂ ਦੇ ਸਟਾਲ ਲਾ ਕੇ ਬੈਠਾ ਆ, ਕੋਈ ਉੱਥੇ ਜਨਾਬ ਲਾਹੌਰੀਪੁਰਾ ਵੇਚੀ ਜਾਣ ਡਿਆ, ਕੋਈ ਸ਼ਰਬਤ ਵੇਚੀ ਜਾਣ ਡਿਆ। ਕੋਈ ਪੁੱਛਣ ਦੱਸਣ ਵਾਲਾ ਹੀ ਕੋਈ ਨਹੀਂ ਹੈਗਾ। ਸਹੀ ਮਾਨਿਆਂ ਦੇ ਵਿੱਚ ਪਾਕਿਸਤਾਨ ਦੇ ਤੀਸਰੇ ਵੱਡੇ ਸ਼ਹਿਰ ਦਾ ਲਾਰੀ ਅੱਡਾ ਜਿਹੜਾ ਨਾ, ਇਹ ਲਾਵਾਰਸ ਹੈਗਾ ਵਾ। ਇਹਦਾ ਕੋਈ ਪੁਰਸਾਨੇ ਹਾਲ ਨਹੀਂ। ਮੈਂ ਜਨਾਬ DC ਫੈਸਲਾਬਾਦ ਨੂੰ, ਕਮਿਸ਼ਨਰ ਫੈਸਲਾਬਾਦ ਨੂੰ ਤੇ ਇਹਨਾਂ ਦੇ ਉੱਤੇ ਜਿਹੜੇ ਕੋਈ ਅਫਸਰ ਲਾਹੌਰ ਬੈਠੇ ਨੇ, ਉਹਨਾਂ ਅੱਗੇ ਵੀ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਅਵਾਮੀ ਮਸਾਇਲ ਜਿਹੜੇ ਨੇ, ਜਿਨ੍ਹਾਂ ਦੇ ਨਾਲ ਲੋਕਾਂ ਦਾ ਰੋਜ਼ਮਰਾ ਦਾ ਤਾਲੁਕ ਆ, ਕਮ ਸੇ ਕਮ ਇਹ ਤਾਂ ਹੱਲ ਕਰ ਦਿਓ। ਮਰੀਮ ਨਵਾਜ਼ ਜਿਹੜੀ ਆ ਉਹ ਪੰਜਾਬ ਦੇ ਨਾਲ ਸੀਰੀਅਸ ਹੋ ਕੇ ਲੱਗੀ ਹੋਈ ਆ, ਜਿਹੜੇ ਮਸਲੇ ਮਸਾਇਲ ਆ ਉਹਨਾਂ ਨੂੰ ਹੱਲ ਕਰੀ ਜਾਂਦੀ ਆ। ਤੁਸੀਂ ਵੀ ਕੁਛ ਕਰ ਲਓ, ਜੇ ਨਹੀਂ ਤਾਂ ਅਸੀਂ ਮਰੀਮ ਨਵਾਜ਼ ਨੂੰ ਅਪੀਲ ਕਰ ਦਿੰਦੇ ਆ ਕਿ ਮੈਡਮ ਸਾਡੇ ਫੈਸਲਾਬਾਦ ਦੇ ਲਾਰੀ ਅੱਡੇ ਤੇ ਵੀ ਇੱਕ ਨਜ਼ਰ ਜਿਹੜੀ ਹੈ ਨਾ, ਉਹ ਕਾਲੀ ਵਰਦੀ ਪਾ ਕੇ ਜ਼ਰੂਰ ਮਾਰੋ, ਤਾਂ ਕਿ ਇਹ ਮਸਲੇ ਜਿਹੜੇ ਹੱਲ ਹੋ ਜਾਣ। ਬਹੁਤ ਸ਼ੁਕਰੀਆ।